अस्सलाम वालेकुम की हाल है जी तुहाडा। उम्मीद है तुसीं ठीक होने ते मैं भी ठीक हाँ। अज तुहाडे नाल एक नवी स्टोरी लैके आया, एक इहो जी स्टोरी जिन्हें सुनने तो बाद तुसीं अपने आप नूं सिक्योर जरूर करोगे। एक बारी अपने इर्द गिर्द नज़र जरूर दौड़ाओगे कि तुहाडे नाल भी कोई इहो जिहा मामला तो नहीं हो रहा। अज दी स्टोरी एक फैमिली दी आ, जिहड़ी फैमिली मियाँ बीवी ते एक उन्हां दी 16 साला बेटी इकट्ठे रहिंदे हुंदे आ ते उन्हां दी फैमिली दे विच एक फर्द होर हुंदा जिहड़ी उन्हां दी मेड है। ਹੁਣ ਇਹ फैमिली जो स्टोरी सुना रही सी, सुनाने होया आप दी दा होगी कि असीं एक औरत दे उत्ते इन्ना एतमाद कीता, इन्ना कि अन्ना एतमाद कीता, लेकिन उन्हें साडे एतमाद नूं तोड़िया। ਉਹਦੇ ਹੁੰਦਿਆਂ ਸਾਡੇ ਘਰ 'ਚ ਕਦੀ ਕੋਈ ਚੋਰੀ ਨਹੀਂ ਹੋਈ, ਕਦੀ ਕੋਈ ਨੁਕਸਾਨ ਨਹੀਂ ਹੋਇਆ, ਕਦੀ ਕੋਈ ਪੈਸਾ ਧੇਲਾ ਇੱਧਰ ਉੱਧਰ ਨਹੀਂ ਹੋਇਆ। ਜਿਹੜੀ ਸ਼ਾਇਦ ਜਿੱਥੇ ਸੀਗੀ ਉੱਥੋਂ ਹੀ ਲੱਭਦੀ ਸੀਗੀ। ਏਡੀ ਕੋ ਇਮਾਨਦਾਰ ਸੀ, ਲੇਕਿਨ ਜਿਹੜਾ ਕੰਮ ਉਹਨੇ ਕੀਤਾ ਸਾਨੂੰ ਉਹਦੀ ਇਮਾਨਦਾਰੀ ਦੇ ਉੱਤੇ ਕੋਈ ਰਿਹਾ ਹੀ ਨਹੀਂ ਕਿ ਸਾਨੂੰ ਇਹਦੀ ਇਮਾਨਦਾਰੀ ਨੂੰ ਅਸੀਂ ਕੀ ਕਰਨਾ। ਹੁਣ ਹੋਇਆ ਕੀ, ਜਿਹੜੀ ਉਹਨਾਂ ਦੀ ਬੇਟੀ ਸੀ ਨਾ 16 ਸਾਲਾ ਸੀਗੀ ਤੇ 16 ਸਾਲ ਦੀ ਉਮਰ ਤੁਹਾਨੂੰ ਪਤਾ ਕੱਚੀ ਉਮਰ ਹੁੰਦੀ ਆ। ਉਸ ਉਮਰ ਦੇ ਵਿੱਚ ਨਾ ਉਹ ਆਪਣੇ ਕਿਸੇ ਗਲਤ ਰਸਤੇ ਤੇ ਨਿਕਲੀ ਸੀ, ਕਿਸੇ ਲੜਕੇ ਦੇ ਨਾਲ ਉਹਦੀ ਦੋਸਤੀ ਚੱਲ ਰਹੀ ਸੀਗੀ। ਹੁਣ ਉਹ ਇਸ ਦੌਰਾਨ ਲੜਕੇ ਨਾਲ ਗੱਲਾਂ ਗੁੱਲਾਂ ਕਰਦੀ ਸੀ। ਕਹਿੰਦੀ ਜਦੋਂ ਮੈਂ ਘਰ ਹੁੰਦੀ ਸੀ ਉਹਦੀ ਮਾਂ ਕਹਿੰਦੀ ਕਿ ਉਹ ਅਵਾਇਡ ਕਰਦੀ ਸੀ, ਜਦੋਂ ਮੈਂ ਚਲੀ ਜਾਂਦੀ ਸੀਗੀ ਤੇ ਫਿਰ ਉਹ ਇੱਕ ਸਾਈਡ ਤੇ ਹੋ ਕੇ ਨਾ ਗੱਲਾਂ ਕਰ ਲੈਂਦੀ ਸੀ। ਉਹ ਮੇਡ ਜਿਹੜੀ ਸੀ ਉਹ ਬੇਵਾ ਸੀਗੀ, 2-3 ਬੱਚੇ ਵੀ ਸੀ ਉਹਦੇ ਤੇ। ਅਸੀਂ ਉਹਨੂੰ ਈਦ ਸ਼ਬਰਾਤ ਤੇ ਹਰ ਸ਼ੈ ਲੈ ਕੇ ਦੇਣੀ, ਪੈਸਾ ਧੇਲਾ, ਉਹਦੀ ਖਾਣਿਆਂ ਦੀ ਜ਼ਰੂਰੀਆਤ ਹਰ ਸ਼ੈ ਪੂਰੀ ਕਰੀਦੀ ਸੀ ਕਿ ਉਹਦਾ ਗੁਜ਼ਾਰਾ ਅੱਛੇ ਤਰੀਕੇ ਨਾਲ ਹੋ ਜਾਵੇ। ਸਾਡਾ ਬੜਾ ਖਿਆਲ ਰੱਖਦੀ ਆ। ਅੱਛਾ, ਹੁਣ ਹੋਇਆ ਕੀ ਹੈ, ਜਦੋਂ ਉਹ ਕਹਿੰਦੀ ਆ ਕਿ ਮੈਂ ਘਰ ਨਹੀਂ ਹੁੰਦੀ ਸੀ, ਮੇਰੀ ਬੱਚੀ ਜਦੋਂ ਫੋਨ ਤੇ ਗੱਲਾਂ ਕਰਦੀ ਸੀ, ਇਸ ਮੇਡ ਨੂੰ ਕੋਈ ਸ਼ੱਕ ਸੀਗਾ ਤੇ ਇਹ ਉਹਦੇ ਨਜ਼ਦੀਕ ਹੋਣ ਲੱਗ ਪਈ। ਇੱਕ ਦਿਨ ਮੈਨੂੰ ਥੋੜਾ ਜਿਹਾ ਸ਼ੱਕ ਹੋਇਆ ਇਸ ਚੀਜ਼ ਤੇ ਮੈਂ ਉਸ ਬੱਚੀ ਦਾ ਆਪਣੀ ਦਾ ਫੋਨ ਚੈੱਕ ਕੀਤਾ ਤੇ ਉਸ ਫੋਨ ਦੇ ਵਿੱਚੋਂ ਕੁਝ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਕਿ ਜੇ ਤੋਂ ਮੈਨੂੰ ਪੱਕ ਹੋ ਗਿਆ ਕਿ ਇਹ ਵਾਕਈ ਕਿਸੇ ਗਲਤ ਰਾਹ ਤੇ ਚੱਲੀ ਆ, ਕਿਸੇ ਦੇ ਨਾਲ ਗੱਲਾਂ ਕਰਦੀ ਆ। ਕਹਿੰਦੀ ਮੈਂ ਉਹਨੂੰ ਸਮਝਾਇਆ ਵੀ ਬਥੇਰਾ, ਹਰ ਸ਼ੈ ਕੀਤੀ ਤੇ ਉਹਦੇ ਕੋਲ ਮੋਬਾਈਲ ਵੀ ਲੈ ਲਿਆ ਤੇ ਉਹਨੂੰ ਆਖਿਆ ਕਿ ਹੁਣ ਅਗਰ ਮੈਨੂੰ ਕੋਈ ਦੁਬਾਰਾ ਸ਼ਿਕਾਇਤ ਮਿਲੀ ਤੇ ਮੈਂ ਤੇਰੇ ਪਿਓ ਨੂੰ ਦੱਸਾਂਗੀ, ਉਹ ਹੀ ਫਿਰ ਤੇਰੇ ਨਾਲ ਨਿਬੜੇਗਾ। ਵਕਤੀ ਤੌਰ ਤੇ ਬੱਚੀ ਨੇ ਕਿਹਾ ਠੀਕ ਆ ਮਾਂ ਜੀ, ਹੁਣ ਇਦਾਂ ਦਾ ਕੰਮ ਨਹੀਂ ਹੋਏਗਾ। ਲੇਕਿਨ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਧਿਆਨ ਰੱਖਦੀ ਸੀ, ਉਹਨੇ ਕਿਤੇ ਆਣਾ ਜਾਣਾ ਮੈਂ ਉਹਨੂੰ ਆਪ ਛੱਡ ਕੇ ਆਉਣਾ, ਆਪ ਲੈ ਕੇ ਆਉਣਾ। ਤੇ ਘਰ ਦੇ ਵਿੱਚ ਜਦੋਂ ਮੇਡ ਹੁੰਦੀ ਸੀ, ਮੈਨੂੰ ਇਹ ਮੇਡ ਤੇ ਇਤਮਾਦ ਸੀਗਾ ਤੇ ਮੈਂ ਉਹਨੂੰ ਕਹਿਣਾ ਕਿ ਤੂੰ ਧਿਆਨ ਰੱਖੀ ਘਰ 'ਚ ਇਹਦਾ। ਖੁੱਲ ਕੇ ਤੇ ਉਹਨੂੰ ਗੱਲ ਨਾ ਦੱਸੀ ਕੀ ਗੱਲ ਆ, ਲੇਕਿਨ ਉਹ ਮੇਡ ਜਿਹੜੀ ਸੀ ਉਹ ਜਦੋਂ ਜਾਂਦੀ ਸੀ, ਮੇਰੀ ਬੱਚੀ ਨੇ ਉਹਦੇ ਨਜ਼ਦੀਕ ਹੋਣ ਦੀ ਕੋਸ਼ਿਸ਼ ਕੀਤੀ ਤੇ ਮੇਡ ਵੀ ਉਹਦੇ ਨਜ਼ਦੀਕ ਹੋ ਗਈ। ਦੋਨਾਂ 'ਚ ਦੁਆ ਸਲਾਮ ਹੋਰ ਜ਼ਿਆਦਾ ਵੱਧ ਗਈ ਤੇ ਮੇਡ ਨੇ ਕੀ ਕੀਤਾ ਕਿ ਆਪਣਾ ਫੋਨ ਉਹਨੂੰ ਦੇ ਦੇਣਾ। ਬੱਚੀ ਨੇ ਹੁਣ ਉਸ ਫੋਨ ਦੇ ਉੱਤੇ ਜਦੋਂ ਗੱਲਾਂ ਕਰਨੀਆਂ ਤੇ ਮੇਡ ਨੇ ਹੋਰ ਜ਼ਿਆਦਾ ਸ਼ੱਕ ਪਈ। ਮੇਡ ਜ਼ਰਾ ਉਹਦੇ ਨਾਲ ਹੋਰ ਘੁਲ ਮਿਲ ਗਈ ਤੇ ਉਹਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਮਾਮਲਾ ਆ ਤੇ ਉਹਨੇ ਫਿਰ ਖੁੱਲ ਕੇ ਉਹਨੂੰ ਫੋਨ ਦੇ ਦੇਣਾ ਤੇ ਉਹਦੇ ਨਾਲ ਮਤਲਬ ਇਹ ਕਹਿ ਲਓ ਕਿ ਤਲਕ ਹੋਰ ਵੱਧ ਗਿਆ। ਉਹਦਾ ਕੰਮ ਸੀਗਾ ਕਿ ਮਾਲਕਣ ਨੂੰ ਦੱਸਦੀ, ਲੇਕਿਨ ਉਹਨੇ ਬੱਚੀ ਦੇ ਇਸ ਕੰਮ ਦੇ ਉੱਤੇ ਪਰਦਾ ਪਾਇਆ ਤੇ ਆਪਣਾ ਮੋਬਾਈਲ ਉਹਨੂੰ ਦੇਣਾ ਸ਼ੁਰੂ ਕਰ ਦਿੱਤਾ। ਹੁਣ ਇੱਥੇ ਗੱਲ ਜਿਹੜੀ ਸੀ ਨਾ ਉਹ ਜਦੋਂ ਨਾ ਚੱਲ ਸਕੀ, ਕੰਮ ਇੱਥੇ ਤੱਕ ਵੱਧ ਗਿਆ ਕਿ ਬੱਚੀ ਨੇ ਕਈ ਵਾਰੀ ਮੇਡ ਨੂੰ ਕਹਿਣਾ ਕਿ ਮੈਂ ਬਾਹਰ ਜਾ ਰਹੀ ਹਾਂ ਤੇ ਅੰਮੀ ਦਾ ਫੋਨ ਆਵੇ ਤੇ ਤੂੰ ਉਹਨਾਂ ਨੂੰ ਕਹਿ ਦੇਣਾ ਵਾਸ਼ਰੂਮ 'ਚ ਆ ਜਾਂ ਰੋਟੀ ਖਾ ਰਹੀ ਹੈ, ਇਸ ਤਰ੍ਹਾਂ। ਕਹਿੰਦੀ ਮੈਂ ਕਦੀ ਫੋਨ ਵੀ ਕਰਨਾ ਤੇ ਮੇਡ ਨੇ ਅੱਗੋਂ ਕਹਿ ਦੇਣਾ ਕਿ ਉਹ ਵਾਸ਼ਰੂਮ 'ਚ ਆ। 1-2 ਵਾਰੀ ਜਦੋਂ ਮੈਂ ਉਹਨੂੰ ਕਿਹਾ ਕਿ ਮੇਰੀ ਗੱਲ ਕਰਾ, ਤੇ ਜੇ ਉਹਨੂੰ ਮੈਂ ਕਹਿਣਾ ਕਿ ਉਹ ਕੀ ਕਰ ਰਹੀ ਹੈ, ਉਹਨੇ ਕਹਿਣਾ ਰੋਟੀ ਖਾ ਰਹੀ ਹੈ, ਸੁੱਤੀ ਹੈ ਜਾਂ ਇਸ ਤਰ੍ਹਾਂ, ਉਹਨੇ ਕੋਈ ਨਾ ਕੋਈ ਗੱਲ ਮੈਨੂੰ ਦੱਸਣੀ। ਅੱਛਾ, ਇੱਕ ਦਿਨ ਮੈਂ ਅਚਾਨਕ ਆਪਣੇ ਘਰ ਆਈ ਤੇ ਮੈਂ ਵੇਖਿਆ ਕਿ ਮੇਰੀ ਜਿਹੜਾ ਨਾ ਦਰਵਾਜ਼ਾ ਬੈਲ ਮੈਂ ਵਜਾਈ ਹੈ ਤੇ ਉਧਰੋਂ ਮੇਡ ਨੇ ਦਰਵਾਜ਼ਾ ਖੋਲਿਆ ਤੇ ਉਹਦੇ ਪਿੱਛੇ ਇੱਕ ਮੁੰਡਾ ਖੜਾ। ਉਹ ਮੁੰਡਾ ਹੁਣ ਹੁਲੀਏ ਤੋਂ ਤਾਂ ਨਹੀਂ ਲੱਗਦਾ ਸੀਗਾ ਕਿ ਮੇਡ ਦਾ ਕੋਈ ਰਿਸ਼ਤੇਦਾਰ ਹੋ ਸਕਦਾ, ਲੇਕਿਨ ਮੇਡ ਨੇ ਫੌਰੀ ਤੌਰ ਤੇ ਘਬਰਾਹਟ ਦੇ ਵਿੱਚ ਹੀ ਮੈਨੂੰ ਕਿਹਾ ਕਿ ਇਹ ਮੇਰੇ ਦੂਰ ਦੇ ਥੋੜੇ ਰਿਸ਼ਤੇਦਾਰ ਆ ਤੇ ਇੱਥੇ ਮੈਨੂੰ ਮਿਲਣ ਆਇਆ ਸੀਗਾ। ਤੇ ਮਤਲਬ ਉਹਨੇ ਗੱਲ ਜਿਹੜੀ ਨਾ ਗੋਲ ਮੋਲ ਕਰ ਦਿੱਤੀ। ਮੈਂ ਹੁਣ ਕਹਿੰਦੀ ਆਈਡੀਆ ਇਹ ਲਾਇਆ ਕਿ ਚਲੋ ਹੋ ਸਕਦਾ ਹੈ, ਲੇਕਿਨ ਮੇਰੇ ਦਿਮਾਗ 'ਚ ਜਿਹੜੀ ਗੱਲ ਸੀ ਨਾ ਉਹ ਅੜ ਗਈ ਕਿ ਕੁਛ ਗਲਤ ਜ਼ਰੂਰ ਹੈ। ਜਾਂ ਮੇਡ ਗਲਤ ਕਰ ਰਹੀ ਹੈ, ਉਹ ਮੁੰਡਾ ਆਇਆ ਕੀ ਲੈਣਾ ਸਾਡੇ ਘਰ ਮੇਰੀ ਗੈਰ ਮੌਜੂਦਗੀ 'ਚ। ਕਹਿੰਦੀ ਜਦੋਂ ਮੈਂ ਅੰਦਰ ਗਈ ਤੇ ਮੇਰੀ ਬੇਟੀ ਆਪਣੇ ਕਮਰੇ 'ਚ ਬੈਠੀ ਸੀ, ਲੇਕਿਨ ਉਹ ਵੀ ਘਬਰਾ ਗਈ। ਉਸ ਦਿਨ ਤਾਂ ਮਾਮਲਾ ਹੋ ਗਿਆ ਖਤਮ, ਲੇਕਿਨ ਮੈਨੂੰ ਹੁਣ ਸ਼ੱਕ ਜਿਹੜੀ ਸੀ ਉਹ ਸ਼ੁਰੂ ਹੋ ਗਈ। ਹੁਣ ਇਹ ਕਹਾਣੀ ਕੀ ਸੀਗੀ ਇਸ ਵਕਤ ਕਿ ਮੇਰੀ ਬੇਟੀ ਪਹਿਲੇ ਤੇ ਮੇਡ ਨੂੰ ਕਹਿ ਕੇ ਆਪ ਜਾਂਦੀ ਸੀ, ਜਦੋਂ ਆਪ ਜਾਂਦੀ ਸੀ ਤੇ ਮੈਂ ਫੋਨ ਕਰਦੀ ਸੀ ਤੇ ਮੇਡ ਤੰਗ ਆ ਗਈ। ਉਹਨੇ ਮੇਰੀ ਬੇਟੀ ਨੂੰ ਕਿਹਾ ਵੀ ਤੂੰ ਨਾ ਜਾਇਆ ਕਰ। ਅੱਛਾ, ਉਹਨੇ ਹੁਣ ਬੇਟੀ ਮੇਰੀ ਨੇ ਅਗਲਾ ਕੰਮ ਲੱਭਿਆ, ਮੇਡ ਨੂੰ ਕਿਹਾ ਵੀ ਇਵੇਂ ਆ ਕਿ ਉਹ ਮੁੰਡਾ ਇੱਥੇ ਆ ਜਾਇਆ ਕਰੇਗਾ, ਤੂੰ ਬਸ ਖਿਆਲ ਰੱਖਿਆ ਕਰਨਾ। ਉਹ ਮੁੰਡਾ ਜਦੋਂ ਘਰ ਆਉਂਦਾ ਸੀ ਮੇਡ ਬਾਹਰ ਬੈਠੀ ਰਹਿੰਦੀ ਸੀਗੀ, ਉਹ ਬੱਚੇ ਮਿਲਦੇ ਸੀ ਦੋਨੋਂ। ਇਸ ਤਰ੍ਹਾਂ ਕੰਮ ਚੱਲ ਰਿਹਾ ਸੀ ਕਿ ਸਾਡੇ ਨੱਕ ਦੇ ਥੱਲੇ ਹੀ ਸਾਰੇ ਕੰਮ ਹੋ ਰਹੇ ਸੀਗੇ।
ਉਸ ਦਿਨ ਤੋਂ ਬਾਅਦ ਮੈਂ ਜਦੋਂ ਉੱਥੇ ਸ਼ੱਕ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਦਿਨ ਕਹਿੰਦੀ ਮੈਂ ਤਿਆਰ ਹੋ ਕੇ ਚੱਲੀ ਸੀਗੀ ਆਪਣੇ ਕੰਮ ਕਿਤੇ, ਤੇ ਮੈਨੂੰ ਸ਼ੱਕ ਪੈ ਗਈ ਕਿ ਅੱਜ ਬੇਟੀ ਜਿਹੜੀ ਹੈ ਨਾ, ਮੇਰੀ ਬੱਚੀ ਜਿਹੜੀ ਆ, ਉਹ ਆਮ ਰੂਟੀਨ ਤੋਂ ਹਟ ਕੇ ਉਹਨੇ ਕੱਪੜੇ ਕੁਪੜੇ ਵੀ ਪਾਏ ਆ ਤੇ ਬੜੀ ਤਿਆਰ ਹੋ ਕੇ ਬੈਠੀ ਆ। ਮੈਨੂੰ ਕਹਿੰਦੀ ਸ਼ੱਕ ਹੋ ਗਿਆ। ਮੈਂ ਘਰੋਂ ਨਿਕਲੀ ਆ ਤੇ ਗੱਡੀ ਜਿਹੜੀ ਮੈਂ ਘੁਮਾ ਕੇ ਨਾ ਪਿਛਲੀ ਗਲੀ 'ਚ ਲਾਤੀ ਤੇ ਮੈਂ ਉੱਥੇ ਇੱਕ ਸਾਈਡ ਤੇ ਨਾ ਰੁਕ ਕੇ ਇੰਤਜ਼ਾਰ ਕਰਨ ਲੱਗ ਪਈ। ਥੋੜੀ ਦੇਰ ਇੰਤਜ਼ਾਰ ਕੀਤਾ ਤੇ ਉਸ ਤੋਂ ਬਾਅਦ ਉਹੋ ਹੀ ਗੱਡੀ ਜਿਹੜੀ ਉਸ ਦਿਨ ਸਾਡੀ ਗਲੀ 'ਚ ਖੜੀ ਸੀ, ਜਿਸ ਗੱਡੀ ਤੇ ਉਹ ਮੁੰਡਾ ਆਇਆ ਸੀਗਾ, ਉਹੀ ਗੱਡੀ ਆਈ ਆ। ਉਹ ਮੁੰਡਾ ਉਤਰਿਆ ਤੇ ਸਾਡੇ ਘਰ ਆ ਗਿਆ। ਹੁਣ ਕਹਿੰਦੀ ਮੈਂ ਰੰਗੇ ਹੱਥੋਂ ਫੜਨਾ ਚਾਹੁੰਦੀ ਸੀਗੀ, ਲੇਕਿਨ ਮੈਂ ਦੁਆ ਵੀ ਕਰਦੀ ਸੀ ਕਿ ਜੋ ਕੁਝ ਮੈਂ ਸੋਚ ਰਹੀ ਹਾਂ ਐਸਾ ਕੁਝ ਨਾ ਹੋਵੇ। ਮੈਂ ਕਹਿੰਦੀ ਜਾਣ ਤੋਂ ਪਹਿਲੇ ਘਰ ਦਾ ਜਿਹੜਾ ਪਿਛਲਾ ਗੇਟ ਸੀ ਨਾ, ਉਹ ਖੋਲ ਦਿੱਤਾ ਸੀਗਾ। ਉਹ ਗੇਟ ਖੋਲ ਕੇ ਤੇ ਮੈਂ ਅੱਗੇ ਉਸ ਕਿਚਨ ਦੀ ਜਗ੍ਹਾ ਇੱਕ ਡਰਟੀ ਜਿਹਾ, ਮਤਲਬ ਜਿੱਥੇ ਕਚਰਾ ਵਗੈਰਾ ਇਜ਼ਾਫੀ ਚੀਜ਼ਾਂ ਰੱਖੀਆਂ ਜਾਂਦੀਆਂ, ਉਹ ਕਿਚਨ ਸੀਗਾ ਤੇ ਉਹਨੂੰ ਅੰਦਰ ਵਾਲੀ ਸਾਈਡ ਤੋਂ ਨਾ ਦਰਵਾਜ਼ਾ ਖਿੱਚ ਕੇ ਬੰਦ ਕਰਤਾ ਸੀਗਾ ਤਾਂ ਕਿ ਇਹਨਾਂ ਨੂੰ ਲੱਗੇ ਕਿ ਪਿਛਲਾ ਦਰਵਾਜ਼ਾ ਬੰਦ ਹੀ ਹੈ, ਖੋਲਣ ਨਾ ਜਾਣ। ਮੈਂ ਕਹਿੰਦੀ ਅੰਦਰ ਦਾਖਲ ਹੋਈਆਂ ਤੇ ਮੇਡ ਜਿਹੜੀ ਉਹ ਬੈਠੀ ਟੀਵੀ ਵੇਖ ਰਹੀ ਆ ਤੇ ਬੇਟੀ ਜਿਹੜੀ ਮੇਰੀ ਆ ਨਾ, ਉਹ ਕਮਰੇ 'ਚ ਆ। ਮੈਂ ਉਹਦਾ ਜਾ ਕੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤੇ ਦਰਵਾਜ਼ਾ ਲੌਕ ਸੀਗਾ। ਮੈਂ ਨੌਕ ਕੀਤਾ, ਇੱਕ ਵਾਰੀ ਨੌਕ ਕੀਤਾ, ਉਹ ਕਹਿੰਦੀ ਕੌਣ ਆ, ਮੈਂ ਬੋਲੀ ਨਹੀਂ ਤੇ ਮੈਂ ਦੂਜੀ ਵਾਰੀ ਫਿਰ ਨੌਕ ਕੀਤਾ ਤੇ ਉਹਨੇ ਦਰਵਾਜ਼ਾ ਖੋਲਤਾ। ਜਦੋਂ ਉਹਨੇ ਦਰਵਾਜ਼ਾ ਖੋਲਿਆ ਤੇ ਅੰਦਰ ਉਹ ਮੁੰਡਾ ਬੈਠਾ ਸੀਗਾ ਤੇ ਬੱਚੀ ਮੇਰੀ ਉਹਦੇ ਨਾਲ ਬੈਠੀ, ਸਮਝੋ ਕਿ ਬੈਠੀ ਸੀਗੀ। ਜਦੋਂ ਉਹਨੇ ਦਰਵਾਜ਼ਾ ਖੋਲਿਆ ਉਹ ਤਾਂ ਉੱਠ ਕੇ ਬਾਅਦ 'ਚ ਆਈ ਨਾ, ਤੇ ਇਹ ਚੀਜ਼ ਜਦੋਂ ਮੈਂ ਦੇਖੀ ਤੇ ਮੈਨੂੰ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਮੇਡ ਨੂੰ ਤੇ ਸਾਈਡ ਤੇ ਕੀਤਾ। ਪਹਿਲੇ ਉਸ ਬੱਚੇ ਦੀ ਜਿਹੜੀ ਸੀ ਨਾ, ਉਹਦੀ ਅੱਛੀ ਖਾਸੀ ਧੁਲਾਈ ਕੀਤੀ। ਧੁਲਾਈ ਤੋਂ ਮੁਰਾਦ ਆ ਕਿ ਉਹਨੂੰ ਬੇਇੱਜ਼ਤ ਕੀਤਾ ਕਿ ਤੂੰ ਇਹ ਕੀ ਕੰਮ ਕਰ ਰਿਹਾ, ਤੇਰੇ ਘਰ 'ਚ ਮਾਵਾਂ ਭੈਣਾਂ ਹੈ ਨਹੀਂ ਗੀਆਂ, ਤੂੰ ਜੋ ਦੂਸਰੇ ਘਰਾਂ ਜਾ ਕੇ ਇਹ ਕੰਮ ਕਰ ਰਿਹਾ। ਉਹ ਚਲਾ ਗਿਆ। ਉਸ ਤੋਂ ਬਾਅਦ ਫਿਰ ਮੈਂ ਮੇਡ ਦੀ ਵੀ ਅੱਛੀ ਖਾਸੀ ਕੀਤੀ ਤੇ ਮੇਡ ਦੀ ਮੈਂ ਕਰਾਤੀ ਛੁੱਟੀ। ਉਸ ਦਿਨ ਤੋਂ ਬਾਅਦ ਸਾਡਾ ਨੌਕਰਾਂ ਦੇ ਉੱਤੋਂ ਇਤਮਾਦ ਉੱਠ ਗਿਆ ਕਿ ਨੌਕਰ ਜਿਹਨੂੰ ਤੁਸੀਂ ਹਰ ਸ਼ੈ ਦੇ ਰਹੇ ਹੋ, ਇਹ ਨੌਕਰ ਕਹਿਣਾ ਵੀ ਕਈ ਲੋਕ ਜਿਹੜੇ ਨਾ ਬੜਾ ਗਲਤ ਸਮਝਦੇ ਕਿ ਯਾਰ ਅਸੀਂ ਆਪਣੇ ਮੁਲਾਜ਼ਮ ਨੂੰ ਨੌਕਰ ਸਦੀਏ। ਉਹ ਉਹਨੂੰ ਘਰ ਦੇ ਫਰਦ ਦਾ ਹੀ ਦਰਜਾ ਦੇ ਰਹੇ ਹੁੰਦੇ ਆ, ਉਹਦੇ ਹਰ ਖੁਸ਼ੀ ਗਮੀ ਦੇ ਵਿੱਚ ਉਹਦੇ ਕੰਮ ਆ ਰਹੇ ਹੁੰਦੇ ਆ। ਲੇਕਿਨ ਨੌਕਰ ਕਦੀ ਕਦੀ ਇਹੋ ਜਿਹੇ ਕੰਮ ਕਰ ਜਾਂਦੇ ਆ। ਉਹਨੂੰ ਆਪਣੇ ਮਾਲਕਾਂ ਦਾ ਇਹ ਕੰਮ ਜਿਹੜਾ ਨਾ ਨਹੀਂ ਕਰਨਾ ਚਾਹੀਦਾ ਸੀਗਾ, ਉਹਨਾਂ ਦਾ ਇਤਮਾਦ ਨਹੀਂ ਤੋੜਨਾ ਚਾਹੀਦਾ ਸੀਗਾ। ਬਜਾਏ ਇਸ ਦੇ ਕਿ ਉਹ ਬੱਚੀ ਦੀ ਸਪੋਰਟ ਕਰ ਰਹੀ ਸੀ, ਉਹਨੂੰ ਚਾਹੀਦਾ ਸੀ ਉਹਦੀ ਮਾਂ ਨੂੰ ਦੱਸ ਦੇ ਕਿ ਤੁਹਾਡੀ ਬੱਚੀ ਇਹ ਕੰਮ ਕਰ ਰਹੀ ਆ, ਹਾਲਾਂਕਿ ਉਹਦੇ ਆਪਣੇ ਬੱਚੇ ਵੀ ਤੇ ਹੈਗੇ ਆ ਨਾ। ਲਿਹਾਜ਼ਾ ਕਦੀ ਵੀ ਕਿਸੇ ਤੇ ਵੀ ਭਰੋਸਾ ਨਾ ਕਰੋ। ਘਰ 'ਚ ਜਿਹੜੇ ਮੁਲਾਜ਼ਮ ਆ ਉਹਨਾਂ ਤੇ ਵੀ ਭਰੋਸਾ ਨਾ ਕਰੋ। ਅਗਰ ਤੁਹਾਡਾ ਕੋਈ ਵੀ ਮਸਲਾ ਹੈ ਤਾਂ ਉਹਨੂੰ ਆਪ ਹੱਲ ਕਰੋ, ਆਪ ਉੱਤੇ ਨਜ਼ਰ ਰੱਖੋ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦੇ ਨਾਲ ਇਹੋ ਜਿਹਾ ਮਾਮਲਾ ਨਾ ਹੋਵੇ। ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।